हेलो एंड वेलकम माय बचा पार्टी। आप सब का बहुत बहुत स्वागत है रजे अपने इस यूट्यूब चैनल मैरिटोरियस स्टूडेंट ओनली ते। सो जिमें कि तुहानू पता ही है कि तुहाडे काउंसलिंग रिगार्डिंग एवरीथिंग तुहानू क्लीयर है। तुहाडी मैरिट लिस्ट बॉयज़ गर्ल्स हर एक दी अलग अलग आ चुकी है। तुहाडियां काउंसलिंग डेट्स तुहानू दस दित्तियां गईयां ने कि किहड़े बच्चों ने 25 तरीक नूं जाना है, किहड़ियां ने किन्नी तरीक नूं जाना है, किन्हां ने 27 नूं जाना है, किन्हां ने 31 नूं जाना है। एवरीथिंग तुहानू क्लीयर हो चुकिया होएगा। ਉਹਦੇ ਰਿਗਾਰਡਿੰਗ ਬੱਚਿਆਂ ਦੇ ਜੋ ਡਾਊਟਸ ਵਗੈਰਾ ਆ ਰਹੇ ਨੇ ਕਿ ਮੈਮ ਅਸੀਂ ਡਾਕੂਮੈਂਟ ਕੀ ਲੈ ਕੇ ਜਾਣੇ ਨੇ। ਡਾਕੂਮੈਂਟਸ ਦੇ ਉੱਪਰ ਆਲਰੇਡੀ ਤੁਹਾਨੂੰ ਬਹੁਤ ਵਾਰ ਦੱਸਿਆ ਜਾ ਚੁੱਕਿਆ, ਬਹੁਤ ਵੀਡੀਓਜ਼ ਵਗੈਰਾ ਬਣਾਈਆਂ ਗਈਆਂ ਨੇ, ਲੇਕਿਨ ਫਿਰ ਵੀ ਬੱਚਿਆਂ ਦੇ ਮਨ 'ਚ ਕਿਤੇ ਨਾ ਕਿਤੇ ਕੋਈ ਡਾਊਟ ਵਗੈਰਾ ਘਰ ਕਰ ਲੈਂਦਾ ਹੈ। ਸੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਡਾਊਟ ਵਗੈਰਾ ਵੀ ਕਲੀਅਰ ਕਰ ਦੇਣੇ ਨੇ ਔਰ ਸਾਰੇ ਡਾਕੂਮੈਂਟਸ ਇੱਕ ਵਾਰ ਦੇਖ ਵੀ ਲੈਣੇ ਨੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਹੂੰਗੀ ਕਿ ਰਜੇ ਜਦੋਂ ਵੀ ਕੋਈ ਨਿਊ ਸੈਸ਼ਨ ਆਉਂਦਾ, ਠੀਕ ਹੈ, ਜਿਵੇਂ ਜਿਹੜਾ ਤੁਹਾਡਾ ਸੈਸ਼ਨ ਹੈ ਰਜੇ ਉਹ ਹੈਗਾ 2023-24 ਦਾ ਸੈਸ਼ਨ ਹੈ, ਠੀਕ ਹੈ ਜੀ। ਸੋ ਰਜੇ ਜਦੋਂ ਵੀ ਇੱਕ ਨਵਾਂ ਸੈਸ਼ਨ ਆਉਂਦਾ ਤਾਂ ਉਸ ਨਵੇਂ ਜਿਹੜਾ ਸੈਸ਼ਨ ਦੇ ਲਈ ਹਰੇਕ ਚੀਜ਼ ਨਿਊ ਹੁੰਦੀ ਹੈ। ਤੁਹਾਡੇ ਲਈ ਡਾਕੂਮੈਂਟ, ਤੁਹਾਡੇ ਲਈ ਸੈਲਫ ਡੈਕਲੇਰੇਸ਼ਨ, ਜੋ ਮੈਡੀਕਲ ਸਰਟੀਫਿਕੇਟ ਹੈ, ਹਰੇਕ ਚੀਜ਼ ਤੁਹਾਡੇ ਬੈਚ ਦਾ ਨਵਾਂ ਆਉਣਾ ਹੁੰਦਾ ਹੈ। ਸੋ ਫਿਲਹਾਲ ਇਸ ਤਰੀਕੇ ਦਾ ਜੋ ਤੁਹਾਡੇ ਬੈਚ ਦਾ ਕੁਝ ਨਹੀਂ ਆਇਆ। ਜਿਹੜੇ ਪਿਛਲੇ ਬੈਚ ਵਾਲੀਆਂ ਜਿਹੜੀਆਂ ਵੀਡੀਓਜ਼ ਸੀ ਤੁਹਾਨੂੰ ਬਾਰ-ਬਾਰ ਦੇਖਣ ਨੂੰ ਮਿਲ ਰਹੀਆਂ ਨੇ ਅਲੱਗ-ਅਲੱਗ ਸੋਰਸਿਸ ਦੇ ਵੱਲੋਂ, ਚਾਹੇ ਉਹਦੇ 'ਚ ਸੈਲਫ ਡੈਕਲੇਰੇਸ਼ਨ ਹੋਵੇ, ਚਾਹੇ ਮੈਡੀਕਲ ਦਾ ਹੋਵੇ, ਚਾਹੇ ਜਿਹੜੇ ਮਰਜ਼ੀ ਹੋਣ। ਸੋ ਵੈਸੇ ਤਾਂ ਦੇਖੋ ਵੇਟ ਕਰ ਸਕਦੇ ਹਾਂ ਕਿ ਪਤਾ ਕੱਲ੍ਹ ਤੱਕ ਤੁਹਾਡੀ ਜਿਹੜੀ ਤੁਹਾਡੇ ਬੈਚ ਦੀ ਪਰਟੀਕੂਲਰ ਜੇ ਲਿਸਟ ਹੈ ਡਾਕੂਮੈਂਟਸ ਵਗੈਰਾ ਦੀ ਉਹ ਆ ਜਾਏ ਜਾਂ ਫਿਰ ਅੱਜ ਸ਼ਾਮ ਤੱਕ ਆ ਜਾਏ। ਬਟ ਅਗਰ ਬਾਈ ਚਾਂਸ ਨਾ ਆਈ ਤਾਂ ਤੁਸੀਂ ਜਿਹੜੇ ਹੈਗੇ ਨੇ ਇਹੀ ਡਾਕੂਮੈਂਟਸ ਲੈ ਜਾਣੇ ਆ ਜੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੇ ਜਾਣਗੇ। ਔਰ ਜਿਹੜੀਆਂ ਵੀ ਅਲੱਗ ਫਾਰਮ ਵਗੈਰਾ ਸਬਮਿਟ ਕਰਨੇ ਆ ਇਹ ਹੋ ਸਕਦਾ ਕਿ ਤੁਹਾਨੂੰ ਉੱਥੋਂ ਹੀ ਦੇਣ ਉਹ, ਠੀਕ ਹੈ, ਕਾਉਂਸਲਿੰਗ ਟਾਈਮ ਤੁਹਾਨੂੰ ਦੇਣ ਕਿ ਤੁਸੀਂ ਇਹ ਵਾਲਾ ਫਾਰਮ ਭਰ ਕੇ ਦੇ ਦਿਓ। ਸੋ ਦੇਖਦੇ ਹਾਂ ਕਿਵੇਂ ਹੁੰਦਾ, ਕੱਲ੍ਹ ਤੱਕ ਵੇਟ ਕਰਦੇ ਅਗਰ ਤੁਹਾਡੇ ਬੈਚ ਦੇ ਆਫੀਸ਼ੀਅਲ ਜਿਹੜੇ ਡਾਕੂਮੈਂਟਸ ਨੇ ਆ ਜਾਂਦੇ ਨੇ। ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਨੈਕਸਟ ਕੀ ਕਰਨਾ। ਸੋ ਵਿਦਆਊਟ ਐਨੀ ਵੇਸਟੇਜ ਆਫ ਟਾਈਮ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੈਟ ਇਜ਼ ਡਾਕੂਮੈਂਟਸ ਫॉर ਮੈਰੀਟੋਰੀਅਸ ਸਕੂਲ ਕਾਉਂਸਲਿੰਗ। ਸਭ ਤੋਂ ਪਹਿਲਾਂ ਰਾਜੇ ਤੁਸੀਂ ਆਪਣਾ ਇਨਕਮ ਟੈਕਸ ਸਰਟੀਫਿਕੇਟ ਲੈ ਕੇ ਜਾਣਾ। ਹੁਣ ਇਨਕਮ ਟੈਕਸ ਸਰਟੀਫਿਕੇਟ ਸਾਰੇ ਬੱਚਿਆਂ ਨੇ ਨਹੀਂ ਲੈ ਕੇ ਜਾਣਾ, ਪਹਿਲੀ ਗੱਲ। ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਲੱਗਦਾ ਹੈ ਕਿ ਇਨਕਮ ਟੈਕਸ ਸਰਟੀਫਿਕੇਟ ਉਹਨਾਂ ਦਾ ਖੁਦ ਦਾ ਬਣਨਾ। ਸੋ ਰਾਜੇ ਇਨਕਮ ਟੈਕਸ ਸਰਟੀਫਿਕੇਟ ਤੁਹਾਡਾ ਨਹੀਂ, ਤੁਹਾਡੇ ਪੇਰੈਂਟਸ ਦਾ ਹੁੰਦਾ, ਸਪੈਸ਼ਲੀ ਫਾਦਰ ਸਾਹਿਬ ਦਾ ਹੁੰਦਾ, ਠੀਕ ਹੈ। ਸੋ ਇਨਕਮ ਟੈਕਸ ਸਰਟੀਫਿਕੇਟ ਉਹਨਾਂ ਦਾ ਹੀ ਮਤਲਬ ਬਣੇਗਾ ਜਾਂ ਉਹਨਾਂ ਦਾ ਹੀ ਲੱਗੇਗਾ ਜਿਨ੍ਹਾਂ ਨੂੰ ਕੋਈ ਕਾਸਟ ਬੇਸ ਜਿਹੜੀ ਹੈਗੀ ਆ, ਕੋਈ ਰਿਜ਼ਰਵੇਸ਼ਨ ਜਾਂ ਕਾਸਟ ਬੇਸ ਕਹਿ ਲਓ, ਜਿਨ੍ਹਾਂ ਨੂੰ ਕੋਈ ਸਕਾਲਰਸ਼ਿਪ, ਜਿਨ੍ਹਾਂ ਨੂੰ ਵਜ਼ੀਫਾ ਮਿਲਦਾ, ਉਹਨਾਂ ਦਾ ਹੀ ਇਨਕਮ ਟੈਕਸ ਸਰਟੀਫਿਕੇਟ ਚਾਹੀਦਾ ਹੈ। ਜਰਨਲ ਕਾਸਟ ਵਾਲੇ ਜਿਹੜੇ ਬੱਚੇ ਉਹਨਾਂ ਦਾ ਇਨਕਮ ਟੈਕਸ ਸਰਟੀਫਿਕੇਟ ਨਹੀਂ ਬਣਦਾ ਔਰ ਨਾ ਹੀ ਉਹਨਾਂ ਬੱਚਿਆਂ ਦਾ ਇਹ ਸਰਟੀਫਿਕੇਟ ਬਣਦਾ ਜਿਨ੍ਹਾਂ ਦੇ ਜਿਹੜੇ ਪੇਰੈਂਟਸ ਨੇ ਕਿਸੇ ਗਵਰਨਮੈਂਟ ਜੌਬ ਤੇ ਹੋਣ, ਚਾਹੇ ਕੋਈ ਵੀ ਗਵਰਨਮੈਂਟ ਜੌਬ ਹੈ, ਟੀਚਿੰਗ ਲਾਈਨ ਹੈ, ਕੋਈ ਹੋਰ ਪ੍ਰੋਫੈਸ਼ਨ ਹੈ ਜੋ ਗਵਰਨਮੈਂਟ ਹੋਵੇ, ਠੀਕ ਹੈ। ਸੋ ਉਹਨਾਂ ਦਾ ਨਹੀਂ ਚਾਹੀਦਾ। ਬਟ ਜਿਹੜੇ ਬੱਚਿਆਂ ਦਾ ਕੋਈ ਵਜ਼ੀਫਾ ਵਗੈਰਾ ਉਹਨਾਂ ਦੀ ਕਾਸਟ ਦੇ ਬੇਸ 'ਤੇ ਲੱਗਦਾ ਉਹਨਾਂ ਦਾ ਇਨਕਮ ਟੈਕਸ ਸਰਟੀਫਿਕੇਟ ਚਾਹੀਦਾ ਹੈ ਉਹਨਾਂ ਨੂੰ। ਔਰ ਇਹ ਤਹਿਸੀਲ ਦੇ ਵਿੱਚੋਂ ਬਣਿਆ ਹੋਣਾ ਚਾਹੀਦਾ ਹੈ। ਤਹਿਸੀਲ ਦੇ ਵਿੱਚੋਂ ਇਸ ਲਈ ਬਣਿਆ ਹੋਣਾ ਚਾਹੀਦਾ ਕਿਉਂਕਿ ਕਈ ਵਾਰੀ ਬੱਚੇ ਜਿਹੜੇ ਹੈਗੇ ਨੇ ਉਹ ਆਪਣੇ ਪਿੰਡ ਦੇ ਸਰਪੰਚ ਤੋਂ ਜਾਂ ਫਿਰ ਕਿਸੇ ਸਕੂਲ ਦੇ ਪ੍ਰਿੰਸੀਪਲ ਸਰ ਤੋਂ ਸਿਗਨੇਚਰ ਵਗੈਰਾ ਕਰਾ ਕੇ ਚਲੇ ਜਾਂਦੇ ਆ ਜੋ ਕਿ ਵੈਲਿਡ ਨਹੀਂ ਹੈ। ਤਹਿਸੀਲ ਦੇ ਵਿੱਚੋਂ ਪ੍ਰੋਪਰ ਤੁਹਾਡਾ ਇਨਕਮ ਟੈਕਸ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਹੈ। ਹੁਣ ਅਗਰ ਗੱਲ ਕਰੀਏ ਫੋਟੋ ਕਾਪੀਜ਼ ਦੀ ਤਾਂ ਦੇਖੋ ਰਾਜੇ ਹਰੇਕ ਸਾਲ ਕਿਤੇ ਨਾ ਕਿਤੇ ਜਿਹੜੀਆਂ ਫੋਟੋ ਕਾਪੀਜ਼ ਵਗੈਰਾ ਨੇ ਉਹ ਵੇਰੀ ਕਰਦੀਆਂ ਨੇ, ਠੀਕ ਹੈ। ਜਿਵੇਂ ਸਾਡੇ ਟਾਈਮ 'ਤੇ ਬਹੁਤ ਜ਼ਿਆਦਾ 10 ਤੋਂ 20 ਕਈ ਵਾਰ ਮਤਲਬ ਅਸੀਂ 20-25 ਫੋਟੋ ਕਾਪੀਜ਼ ਕਰਵਾਉਂਦੇ ਸੀ ਇੱਕ ਡਾਕੂਮੈਂਟ ਦੀਆਂ, ਲੇਕਿਨ ਹੌਲੀ ਟਾਈਮ ਚੇਂਜ ਹੋਇਆ, ਫਿਰ 10 ਜਾਂ 2 ਕੀ ਫੋਟੋ ਕਾਪੀਜ਼ ਰਹਿ ਗਈਆਂ ਕਈ ਡਾਕੂਮੈਂਟਸ ਦੀਆਂ। ਹੁਣ ਦੇਖਣਾ ਇਹ ਹੋਏਗਾ ਕਿ ਤੁਹਾਡੇ ਬੈਚ ਦੇ ਲਈ ਕੋਈ ਨਿਊ ਲਿਸਟ ਅਪਲੋਡ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ। ਅਗਰ ਨਹੀਂ ਕੀਤੀ ਜਾਂਦੀ ਤਾਂ ਸਾਈਡ ਬਾਈ ਸਾਈਡ ਮੈਂ ਤੁਹਾਨੂੰ ਪ੍ਰੀਵੀਅਸ ਈਅਰ ਦੇ ਬੇਸ 'ਤੇ ਦੱਸ ਰਹੀ ਹਾਂ ਕਿ ਕਿਹਦੀਆਂ ਕਿੰਨੀਆਂ ਫੋਟੋ ਕਾਪੀਆਂ ਕਰਾ ਕੇ ਰੱਖ ਲਿਓ। ਸੋ ਤੁਸੀਂ ਉਸ ਅਕੋਰਡਿੰਗ ਕਰਾ ਕੇ ਲੈ ਜਾਓ, ਬਟ ਇਹ ਕੱਲ੍ਹ ਨੂੰ ਸ਼ਾਮ ਤੱਕ ਕਰਵਾਇਓ, ਠੀਕ ਹੈ। ਸੋ ਇਨਕਮ ਟੈਕਸ ਸਰਟੀਫਿਕੇਟ ਜਿਹੜੇ ਬੱਚਿਆਂ ਕੋਲ ਹੈਗਾ ਉਹ ਇਹਦੀਆਂ 10 ਫੋਟੋ ਕਾਪੀਆਂ ਕਰਾ ਲੈਣਗੇ ਔਰ ਜਿਹੜਾ ਰੀਅਲ ਵਾਲਾ ਹੋਊਗਾ ਉਹ ਵੀ ਚੱਕਣਗੇ। ਸਾਰੇ ਬੱਚੇ ਇੱਕ ਗੱਲ ਯਾਦ ਰੱਖਿਓ, ਜਿਹੜੇ ਵੀ ਡਾਕੂਮੈਂਟਸ ਨੇ ਤੁਸੀਂ ਆਪਣੇ ਨਾਲ ਰੀਅਲ ਡਾਕੂਮੈਂਟ ਵੀ ਚੱਕਣੇ ਨੇ ਔਰ ਜਿੰਨੀਆਂ ਫੋਟੋ ਕਾਪੀਜ਼ ਕਹੀਆਂ ਜਾ ਰਹੀਆਂ ਉਹ ਤਾਂ ਕਰਵਾ ਹੀ ਲੈਣੀਆਂ ਨੇ। ਨੈਕਸਟ ਗੱਲ ਕਰਦੇ ਹਾਂ ਕਾਸਟ ਸਰਟੀਫਿਕੇਟ ਦੀ। ਅਗੇਨ ਜਿਹੜਾ ਕਾਸਟ ਸਰਟੀਫਿਕੇਟ ਹੈ ਉਹ ਜਰਨਲ ਕਾਸਟ ਦਾ ਨਹੀਂ ਬਣਦਾ। ਹੁਣ ਕਿੰਨਾ ਦਾ ਕਾਸਟ ਸਰਟੀਫਿਕੇਟ ਬਣਦਾ ਹੈ? ਇੱਕ ਤਾਂ ਜਿਹੜੇ ਬੱਚੇ SC ਕਾਸਟ ਤੋਂ ਬਿਲੋਂਗ ਕਰਦੇ ਨੇ, ST ਕਾਸਟ ਤੋਂ ਬਿਲੋਂਗ ਕਰਦੇ ਨੇ, ਜਿਹੜੇ ਬੱਚੇ BC ਜਾਂ ਫਿਰ ਜਿਹੜੇ ਬੱਚੇ OBC ਕਾਸਟ ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਜਿਹੜਾ ਹੈਗਾ ਕਾਸਟ ਸਰਟੀਫਿਕੇਟ ਲੱਗਦਾ ਹੈ। ਇਹ ਉਹ ਬੱਚਿਆਂ ਦੇ ਲਈ ਜ਼ਰੂਰੀ ਹੈ ਜਿਨ੍ਹਾਂ ਨੂੰ ਅਗੇਨ ਕਿਉਂਕਿ ਵਜ਼ੀਫਾ ਵਗੈਰਾ ਮਿਲਦਾ ਹੈ ਉਹ ਕਾਸਟ ਬੇਸ ਹੀ ਮਿਲਦਾ ਹੈ, ਤਾਂ ਉਸ ਬੇਸ 'ਤੇ ਵੀ ਤੁਹਾਨੂੰ ਜਿਹੜਾ ਹੈਗਾ ਕਾਸਟ ਸਰਟੀਫਿਕੇਟ ਤੁਸੀਂ ਲੈ ਕੇ ਜਾਣਾ। ਜਰਨਲ ਵਾਲੇ ਬੱਚਿਆਂ ਦਾ ਇਹ ਸਰਟੀਫਿਕੇਟ ਨਹੀਂ ਬਣਦਾ। ਸੋ ਇਹਦੀਆਂ ਵੀ ਜਿਹੜੀਆਂ ਹੈਗੀਆਂ ਨੇ 10 ਫੋਟੋ ਕਾਪੀਜ਼ ਕਰਾ ਲਿਓ, ਲੇਕਿਨ ਉਸ ਕੇਸ ਦੇ ਵਿੱਚ ਹੀ ਕਰਾਇਓ ਅਗਰ ਕੱਲ੍ਹ ਤੱਕ ਤੁਹਾਡੇ ਬੈਚ ਦੀ ਕੋਈ ਆਫੀਸ਼ੀਅਲ ਡਾਕੂਮੈਂਟ ਲਿਸਟ ਨਹੀਂ ਆ ਜਾਂਦੀ ਤਾਂ। ਉਸ ਤੋਂ ਬਾਅਦ ਗੱਲ ਕਰਦੇ ਹਾਂ 10th ਦਾ DMC। ਹੁਣ ਇਹਦੇ 'ਚ ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੈ ਕਿ ਮੈਮ ਜਿਹੜੀ ਲਿਸਟ ਆਈ ਹੈ, ਜਿਹੜਾ ਤੁਹਾਨੂੰ ਡਾਕੂਮੈਂਟ ਹੈ ਨਾ, ਜਿਹੜਾ ਅੱਜ ਤੁਹਾਨੂੰ PDF ਦੇਖਣ ਨੂੰ ਮਿਲੀ ਉਹਦੇ 'ਚ ਡਿਜੀ ਲੋਕਰ ਵਾਲਾ ਕਹਿ ਰਹੇ ਨੇ ਬਾਰ-ਬਾਰ। ਸੋ ਰਾਜੇ ਦੇਖੋ ਡਿਜੀ ਲੋਕਰ ਵਾਲੇ ਸਰਟੀਫਿਕੇਟ ਤੋਂ ਵੀ ਉੱਪਰ ਹੁੰਦਾ 10th ਦਾ ਜੋ ਰੀਅਲ DMC ਹੈ, ਠੀਕ ਹੈ। ਸੋ ਜਿਨ੍ਹਾਂ ਬੱਚਿਆਂ ਕੋਲ ਕਿਸੇ ਕਾਰਨ 10th ਦਾ ਰੀਅਲ DMC ਨਹੀਂ ਆਇਆ, ਉਹਨਾਂ ਦੇ ਸਕੂਲ ਵੱਲੋਂ ਉਹਨਾਂ ਨੂੰ ਨਹੀਂ ਮਿਲਿਆ, ਤਾਂ ਉਹਨਾਂ ਬੱਚਿਆਂ ਨੇ ਡਿਜੀ ਲੋਕਰ ਐਪ ਵਾਲਾ ਲੈ ਕੇ ਜਾਣਾ ਹੈ। ਅਦਰਵਾਈਜ਼ ਤੁਸੀਂ
ਜਿਨ੍ਹਾਂ ਬੱਚਿਆਂ ਕੋਲ 10th ਦਾ ਰੀਅਲ DMC ਆ ਉਹ ਬੱਚੇ ਆਪਣੇ 10th ਦਾ ਰੀਅਲ DMC ਓਰੀਜਨਲ ਲੈ ਕੇ ਜਾਣਗੇ। ਜਿਨ੍ਹਾਂ ਕੋਲ ਨਹੀਂ ਆ ਉਹ ਡਿਜੀਲੋਕਰ ਤੋਂ ਜਿਹੜਾ ਹੈਗਾ ਡਾਊਨਲੋਡ ਕਰ ਲੈਣਗੇ ਔਰ ਤੁਸੀਂ ਅਗੇਨ ਇਹਦੀਆਂ ਜਿਹੜੀਆਂ ਹੈਗੀਆਂ ਨੇ 10 ਫੋਟੋ ਕਾਪੀਜ਼ ਕਰਵਾ ਲੈਣੀਆਂ ਨੇ। ਨੈਕਸਟ ਦੇਖ ਲੈਂਦੇ ਹਾਂ ਕਰੈਕਟਰ ਸਰਟੀਫਿਕੇਟ। ਸੋ ਰਾਜੇ ਜਿਹੜਾ ਕਰੈਕਟਰ ਸਰਟੀਫਿਕੇਟ ਹੈ ਉਹ ਤੁਹਾਨੂੰ ਤੁਹਾਡੇ ਪ੍ਰੀਵੀਅਸ ਸਕੂਲ ਤੋਂ ਮਿਲ ਜਾਏਗਾ। ਅਗਰ ਜਿਹੜੇ ਬੱਚੇ 11th ਕਰ ਰਹੇ ਨੇ ਤਾਂ ਇੱਕ ਵਾਰੀ ਆਪਣੇ ਸਕੂਲ ਤੋਂ ਪੁੱਛ ਕੇ ਦੇਖ ਲਿਓ, ਉਹ ਦੇ ਦੇਣਗੇ। ਅਗਰ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਉਹ ਸਕੂਲ ਵਾਲੇ ਦੇਣਗੇ ਤਾਂ ਉਸ ਕੇਸ ਦੇ ਵਿੱਚ ਆਪਣਾ ਜਿਹੜਾ ਕਰੈਕਟਰ ਸਰਟੀਫਿਕੇਟ ਹੈ ਉਹ ਆਪਣੇ 10th ਵਾਲੇ ਸਕੂਲ ਤੋਂ ਜਾ ਕੇ ਲੈ ਆਇਓ। ਨੈਕਸਟ ਗੱਲ ਕਰਦੇ ਹਾਂ ਆਧਾਰ ਕਾਰਡ ਦੀ। ਸੋ ਆਧਾਰ ਕਾਰਡ ਰਾਜੇ ਤੁਹਾਡਾ ਚਾਹੀਦਾ, ਤੁਹਾਡੇ ਪੇਰੈਂਟਸ ਦਾ ਚਾਹੀਦਾ, ਯਾਨੀ ਤੁਹਾਡੇ ਮੰਮੀ ਦਾ ਵੀ ਆਧਾਰ ਕਾਰਡ ਲੱਗੇਗਾ, ਤੁਹਾਡੇ ਫਾਦਰ ਸਾਹਿਬ ਦਾ ਵੀ ਆਧਾਰ ਕਾਰਡ ਲੱਗੇਗਾ। ਤੁਸੀਂ ਆਪਣੇ ਆਧਾਰ ਕਾਰਡ ਦੀਆਂ 10 ਫੋਟੋ ਕਾਪੀਜ਼ ਕਰਾ ਲੈਣੀਆਂ ਨੇ ਔਰ ਆਪਣੇ ਮੰਮੀ ਔਰ ਪਾਪਾ ਦੋਨਾਂ ਦੇ ਜਿਹੜੇ ਆਧਾਰ ਕਾਰਡ ਉਹਨਾਂ ਦੀਆਂ 2-2 ਕਾਪੀਆਂ ਕਰਾ ਲੈਣੀਆਂ ਨੇ, ਯਾਨੀ ਆਧਾਰ ਕਾਰਡ ਦੀਆਂ ਟੋਟਲ 14 ਕਾਪੀਆਂ ਹੋ ਗਈਆਂ। 10 ਤੁਹਾਡੀਆਂ, 2 ਤੁਹਾਡੇ ਮੰਮੀ ਵਾਲੇ ਆਧਾਰ ਕਾਰਡ ਦੀਆਂ, 2 ਤੁਹਾਡੇ ਫਾਦਰ ਸਾਹਿਬ ਵਾਲੇ ਆਧਾਰ ਕਾਰਡ ਦੀਆਂ। ਨੈਕਸਟ ਗੱਲ ਕਰਦੇ ਹਾਂ ਫੋਟੋਜ਼ ਰਾਜੇ। ਤੁਸੀਂ ਆਪਣੀਆਂ ਪਾਸਪੋਰਟ ਸਾਈਜ਼ ਫੋਟੋਜ਼ ਲੈਣੀਆਂ ਨੇ। ਆਪਣੀ ਜਿਹੜੀ ਖੁਦ ਦੀ ਤੁਹਾਡੀਆਂ 10 ਫੋਟੋਜ਼ ਲੈ ਲਿਓ ਔਰ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਦੀਆਂ 5-5 ਲੈ ਲਿਓ, ਠੀਕ ਹੈ। ਯਾਨੀ 5 ਤੁਹਾਡੇ ਮੰਮੀ ਔਰ 5 ਤੁਹਾਡੇ ਪਾਪਾ ਦੀਆਂ ਜਿਹੜੀਆਂ ਪਾਸਪੋਰਟ ਸਾਈਜ਼ ਫੋਟੋਜ਼ ਲੈ ਲਿਓ। ਜਿਹੜੇ ਬੱਚਿਆਂ ਦੇ ਪੇਰੈਂਟਸ ਨਹੀਂ ਹੈਗੇ ਉਹਨਾਂ ਦੇ ਜਿਹੜੇ ਗਾਰਡੀਅਨ ਨੇਗੇ, ਠੀਕ ਹੈ। ਗਾਰਡੀਅਨ ਇਨ ਦ ਸੈਂਸ ਕਿ ਲਾਈਕ ਪੇਰੈਂਟਸ ਤੋਂ ਇਲਾਵਾ ਜਿਨ੍ਹਾਂ 'ਤੇ ਵੀ ਤੁਸੀਂ ਟਰਸਟ ਕਰਦੇ ਹੋ, ਤੁਹਾਡੇ ਗਾਰਡੀਅਨ ਕੋਈ ਵੀ ਹੋ ਸਕਦਾ, ਤੁਹਾਡੇ ਰਿਲੇਟਿਵ, ਤੁਹਾਡਾ ਚਾਚਾ ਜੀ, ਤਾਇਆ ਜੀ, ਮਾਮਾ, ਜੋ ਵੀ ਤੁਹਾਡੇ ਗ੍ਰੈਂਡ ਪੇਰੈਂਟਸ, ਜੋ ਵੀ ਤੁਹਾਡੇ ਗਾਰਡੀਅਨ ਨੇ ਉਹਨਾਂ ਦੀਆਂ ਵੀ ਤੁਸੀਂ ਜਿਹੜੀਆਂ ਹੈਗੀਆਂ ਨੇ 5 ਫੋਟੋਆਂ ਲੈ ਲੈਣੀਆਂ ਨੇ ਪਾਸਪੋਰਟ ਸਾਈਜ਼, ਠੀਕ ਹੈ। ਉਸ ਤੋਂ ਬਾਅਦ ਗਰੁੱਪ ਫੋਟੋ ਦੀ ਜ਼ਿਕਰ ਹੈ। ਹੁਣ ਇਹ ਦੇਖਣਾ ਹੋਏਗਾ ਕਿ ਤੁਹਾਡੇ ਜਿਹੜਾ ਬੈਚ ਹੈ ਉਹਨੂੰ ਇਹ ਚਾਹੀਦਾ ਕਿ ਨਹੀਂ ਚਾਹੀਦਾ। ਸੋ ਤੁਹਾਡੇ ਬੈਚ ਦੀ ਸਾਰਿਆਂ ਨੂੰ ਹੀ ਜਿਹੜੀ ਡਾਕੂਮੈਂਟ ਲਿਸਟ ਉਹਦੀ ਆਪਾਂ ਵੇਟ ਕਰ ਰਹੇ ਹਾਂ, ਬਟ ਅਗਰ ਉਹ ਨਹੀਂ ਆਉਂਦੀ ਕੱਲ੍ਹ ਤੱਕ ਤਾਂ ਤੁਸੀਂ ਇਹੀ ਵਾਲੀਆਂ ਸਾਰੀਆਂ ਚੀਜ਼ਾਂ ਡਿਟੋ ਫੋਟੋ ਕਾਪੀ ਵਗੈਰਾ ਕਰਾ ਕੇ ਲੈ ਜਿਓ, ਠੀਕ ਹੈ ਜੀ। ਆਈ ਹੋਪ ਇੱਥੇ ਤੱਕ ਕਲੀਅਰ ਹੋਏਗਾ। ਉਸ ਤੋਂ ਬਾਅਦ ਰਾਜੇ ਜਿਹੜੀ ਸੈਲਫ ਡੈਕਲੇਰੇਸ਼ਨ ਦੀ ਗੱਲ ਕਰੀਏ, ਜਿਹੜੇ ਇਹ ਵੀ ਪ੍ਰੀਵੀਅਸ ਈਅਰ ਦੀ ਜਿਹੜੀ ਤੁਹਾਡੀ ਡਾਕੂਮੈਂਟ ਲਿਸਟ ਆ ਉਹਦੇ ਬੇਸ 'ਤੇ ਗੱਲਬਾਤ ਕਹੀ ਗਈ ਹੈ। ਬੇਸਿਕਲੀ ਮਤਲਬ ਜਿਹੜੀ ਆਪਣੀ ਡਿਪਾਰਟਮੈਂਟ ਹੈ ਉਹਦੇ ਵੱਲੋਂ ਆਫੀਸ਼ੀਅਲ ਵੈਬਸਾਈਟ 'ਤੇ ਕੁਛ ਕੁ ਕਹਿ ਲਓ ਕਾਫੀ ਪੇਜਸ ਦੀ ਇੱਕ ਜਿਹੜੀ PDF ਸ਼ੇਅਰ ਕੀਤੀ ਜਾਂਦੀ ਹੈ। ਉਹਦੇ ਵਿੱਚ ਅਲੱਗ-ਅਲੱਗ ਡਾਕੂਮੈਂਟ ਹੁੰਦੇ ਨੇ, ਹੈ ਨਾ, ਫਾਰਮ ਭਰਨ ਵਾਲੇ ਹੁੰਦੇ ਨੇ, ਜਿਹਦੇ 'ਚ ਸੈਲਫ ਡੈਕਲੇਰੇਸ਼ਨ ਦਾ ਫਾਰਮ ਹੁੰਦਾ ਉਹ ਆਪਾਂ ਭਰਨਾ ਹੁੰਦਾ ਔਰ ਉਹਦੇ ਆਪਾਂ ਸਾਈਨ ਵਗੈਰਾ ਕਰਾਉਣੇ ਹੁੰਦੇ ਨੇ। ਸੋ ਇਸ ਲਈ ਮੈਂ ਕਹਿ ਰਹੀ ਹਾਂ ਕਿ ਵੇਟ ਕਰਦੇ ਹਾਂ ਤੁਹਾਡੇ ਬੈਚ ਦੇ ਜਿਹੜੀ ਹੈਗੀ ਆਫੀਸ਼ੀਅਲ ਲਿਸਟ ਦੀ, ਠੀਕ ਹੈ। ਸੋ ਸੈਲਫ ਡੈਕਲੇਰੇਸ਼ਨ ਚਾਹੀਦਾ, ਇਹਦੀਆਂ ਤੁਸੀਂ 5 ਫੋਟੋ ਕਾਪੀਆਂ ਕਰਵਾ ਕੇ ਲੈ ਜਾਓ। ਮੈਂ ਤੁਹਾਨੂੰ ਜਿਹੜਾ ਅਗਰ ਨਹੀਂ ਆਇਆ ਤਾਂ ਮੈਂ ਕੱਲ੍ਹ ਤੁਹਾਨੂੰ ਸੈਲਫ ਡੈਕਲੇਰੇਸ਼ਨ ਜਿਹੜੀਆਂ ਇਹ PDF ਵਗੈਰਾ ਨੇ ਤੁਹਾਨੂੰ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦੂੰਗੀ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਰਾਜੇ ਮੈਡੀਕਲ ਸਰਟੀਫਿਕੇਟ ਦੀ। ਤਾਂ ਮੈਡੀਕਲ ਸਰਟੀਫਿਕੇਟ ਤੁਹਾਨੂੰ ਕਾਉਂਸਲਿੰਗ ਟਾਈਮ ਨਹੀਂ ਚਾਹੀਦਾ। ਮੈਡੀਕਲ ਸਰਟੀਫਿਕੇਟ ਬੇਸਿਕਲੀ ਜਦੋਂ ਤੁਹਾਡੀ ਐਡਮਿਸ਼ਨ ਵਗੈਰਾ ਹੋਏਗੀ ਉਦੋਂ ਚਾਹੀਦਾ ਹੋਏਗਾ, ਠੀਕ ਹੈ। ਬਾਕੀ ਅਗਰ ਕੋਈ ਨਵੀਂ ਲਿਸਟ ਵਗੈਰਾ ਆਏਗੀ ਤਾਂ ਤੁਹਾਨੂੰ ਉਹਦੇ ਅਕੋਰਡਿੰਗ ਅਪਡੇਟ ਕਰ ਦਿੱਤਾ ਜਾਏਗਾ, ਬਟ ਮੈਡੀਕਲ ਸਰਟੀਫਿਕੇਟ ਤੁਹਾਨੂੰ ਕਾਉਂਸਲਿੰਗ ਟਾਈਮ ਨਹੀਂ ਚਾਹੀਦਾ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਰਾਜੇ ਸਕੂਲ ਲੀਵਿੰਗ ਸਰਟੀਫਿਕੇਟ ਦੀ। ਹੁਣ ਇਹ ਬੜਾ ਹੀ ਇੰਪੋਰਟੈਂਟ ਹੈ ਰਾਜੇ। ਸਕੂਲ ਲੀਵਿੰਗ ਸਰਟੀਫਿਕੇਟ ਦਾ ਸਿੱਧਾ ਜਿਹਾ ਮਤਲਬ ਕੀ ਹੈ ਕਿ ਤੁਹਾਡਾ ਹੁਣ ਉਹ ਸਕੂਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਤੁਸੀਂ ਉੱਥੋਂ ਸਕੂਲ ਲੀਵ ਕਰ ਚੁੱਕੇ ਹੋ, ਠੀਕ ਹੈ। ਹੁਣ ਰਾਜੇ ਕਾਉਂਸਲਿੰਗ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੋਇਆ ਕਿ ਜਿਹੜੇ ਬੱਚਿਆਂ ਨੂੰ ਕਾਉਂਸਲਿੰਗ ਦੇ ਲਈ ਬੁਲਾਇਆ ਗਿਆ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਜਿਹੜੀ ਮੈਰੀਟੋਰੀਅਸ ਸਕੂਲ 'ਚ ਐਡਮਿਸ਼ਨ ਪੱਕੀ ਹੈ। ਤਾਂ ਇਹਦਾ ਮਤਲਬ ਇਹ ਹੋ ਸਕਦਾ ਕਿ ਆਪਾਂ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਦਾ ਰਿਸਕ ਨਹੀਂ ਲੈ ਸਕਦੇ। ਸੋ ਦੈਟ ਮੀਨਸ ਕਿਤੇ ਨਾ ਕਿਤੇ ਇਹਦੀ ਇਹ ਪੋਸੀਬਿਲਿਟੀ ਬਣ ਰਹੀ ਹੈ ਕਿ ਕਾਉਂਸਲਿੰਗ ਟਾਈਮ ਤੁਸੀਂ ਆਪਣਾ ਸਕੂਲ ਲੀਵਿੰਗ ਸਰਟੀਫਿਕੇਟ ਨਹੀਂ ਲੈ ਕੇ ਜਾਣਾ। ਕਾਉਂਸਲਿੰਗ ਦੇ ਵਿੱਚ ਜਦੋਂ ਤੁਹਾਡੀ ਸਿਲੈਕਸ਼ਨ ਹੋ ਜਾਏਗੀ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਸਕੂਲ ਲੀਵਿੰਗ ਸਰਟੀਫਿਕੇਟ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਜਾ ਕੇ ਜਿਸ ਦਿਨ ਤੁਹਾਡੀ ਐਡਮਿਸ਼ਨ ਹੋਏਗੀ ਜਿਹੜੇ ਮੈਰੀਟੋਰੀਅਸ ਸਕੂਲ 'ਚ ਤੁਸੀਂ ਚੂਜ਼ ਕਰੋਗੇ ਉੱਥੇ ਜਾ ਕੇ ਇਹ ਸ਼ੋਅ ਕਰਨਾ ਹੋਏਗਾ। ਸੋ ਇਨ ਦੈਟ ਕੇਸ ਹਜੇ ਸਕੂਲ ਲੀਵਿੰਗ ਸਰਟੀਫਿਕੇਟ ਲੈਣ ਨੂੰ ਰਹਿਣ ਦਿਓ। ਜੇ ਤਾਂ ਇਹਨਾਂ ਨੇ ਇਹ ਕਿਹਾ ਹੁੰਦਾ ਕਿ ਜਿਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਉਹਨਾਂ ਦਾ 100% ਸ਼ੋਰ ਹੈ ਕਿ ਭਾਈ ਉਹ ਬੱਚੇ ਸਿਲੈਕਟਡ ਨੇ, ਉਸ ਕੇਸ ਦੇ ਵਿੱਚ ਆਪਾਂ 100% ਆਪਣਾ ਸਕੂਲ ਲੀਵਿੰਗ ਸਰਟੀਫਿਕੇਟ ਲੈ ਸਕਦੇ ਸੀ। ਬਟ ਹਜੇ ਕੰਮ ਉਹ ਕਹਿ ਰਹੇ ਨੇ ਕਿ ਸ਼ੋਰ ਨਹੀਂ ਹੈ, ਤਾਂ ਦੈਟ ਮੀਨਸ ਆਪਾਂ ਸਕੂਲ ਲੀਵਿੰਗ ਸਰਟੀਫਿਕੇਟ ਨਹੀਂ ਲੈ ਸਕਦੇ, ਠੀਕ ਹੈ ਜੀ। ਫੋਰ ਐਗਜ਼ਾਮਪਲ ਜਿਹੜੇ ਬੱਚਿਆਂ ਨੇ ਸਕੂਲ ਆਫ ਐਮੀਨੈਂਸ ਦੇ ਵਿੱਚ ਆਪਣੀ ਹੈ ਨਾ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਤਾਂ ਹੁਣ ਮੰਨ ਲਓ ਉਹਨਾਂ ਨੇ ਸਕੂਲ ਲੀਵਿੰਗ ਸਰਟੀਫਿਕੇਟ ਲੈ ਲਿਆ, ਗਾਹਾਂ ਉਹਨਾਂ ਦਾ ਮੈਰੀਟੋਰੀਅਸ ਸਕੂਲ ਵੀ ਕੰਮ ਨਾ ਬਣਿਆ, ਤਾਂ ਦੈਟ ਮੀਨਸ ਉਹ ਤਾਂ ਕੰਮ ਖਰਾਬ ਹੋ ਜਾਏਗਾ। ਨਾ ਤੁਸੀਂ ਇੱਧਰ ਦੇ ਰਹੋਗੇ ਨਾ ਉੱਧਰ ਦੇ ਰਹੋਗੇ। ਦੈਟ ਮੀਨਸ ਹਜੇ ਸਕੂਲ ਲੀਵਿੰਗ ਸਰਟੀਫਿਕੇਟ ਨਾ ਛੇੜਿਓ। ਕਾਉਂਸਲਿੰਗ 'ਤੇ ਜਦੋਂ ਕਨਫਰਮ ਹੋ ਗਿਆ ਕਿ ਤੁਹਾਡੀ ਸਿਲੈਕਸ਼ਨ ਪੱਕੀ ਆ, ਤੁਸੀਂ ਇਹ ਵਾਲੇ ਮੈਰੀਟੋਰੀਅਸ ਸਕੂਲ ਜਾ ਰਹੇ ਹੋ, ਉਸ ਤੋਂ ਬਾਅਦ ਤੁਸੀਂ ਆਪਣਾ ਸਕੂਲ ਲੀਵਿੰਗ ਸਰਟੀਫਿਕੇਟ ਲਓਗੇ। ਆਈ ਹੋਪ ਦਿਸ ਪੁਆਇੰਟ ਇਜ਼ ਕਲੀਅਰ। ਵੈਰੀ ਇੰਪੋਰਟੈਂਟ ਜਿਹੜਾ ਟੌਪਿਕ, ਵੈਰੀ ਇੰਪੋਰਟੈਂਟ ਪੁਆਇੰਟ ਹੈ। ਉਸ ਤੋਂ ਬਾਅਦ ਪਾਸਬੁੱਕ ਯਾਨੀ ਜਿਹੜੀ ਆਪਣੀ ਬੈਂਕ ਦੀ ਕਾਪੀ ਹੁੰਦੀ ਹੈ ਉਹਦੀ ਤੁਹਾਨੂੰ ਫੋਟੋ ਕਾਪੀ ਚਾਹੀਦੀ ਹੈ। ਇਹ ਅਪਡੇਟਡ ਹੋਣੀ ਚਾਹੀਦੀ ਹੈ। ਅਪਡੇਟਡ ਦਾ ਮਤਲਬ ਇਹ ਹੈ ਕਿ ਇਹ ਨਾ ਹੋਵੇ ਕਿ ਤੁਹਾਡੀ 5ਵੀਂ 6ਵੀਂ ਦੀ ਫੋਟੋ ਤੁਰੀ ਫਿਰਦੀ ਹੈ ਤੁਹਾਡੀ ਹੈ ਨਾ ਬੈਂਕ ਕਾਪੀ 'ਤੇ। ਅਪਡੇਟ ਹੋਣੀ ਚਾਹੀਦੀ ਹੈ। ਅਪਡੇਟ ਹੋਣ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਅੱਧਾ ਘੰਟਾ 15 ਮਿੰਟ ਦੀ ਉਹ ਗੱਲ ਹੁੰਦੀ ਹੈ। ਤੁਹਾਡੀ ਪਾਸਬੁੱਕ ਅਪਡੇਟ ਕਰਕੇ ਤੁਹਾਡੇ ਬੈਂਕ ਵਾਲੇ ਦੇ ਦਿੰਦੇ ਨੇ। ਨੈਕਸਟ ਰਾਜੇ ਜਿਹੜੇ ਆਹ ਵਾਲੇ 3 ਨੇ ਇਹ ਉਹਨਾਂ ਦੇ ਲਈ ਨੇ ਜਿਨ੍ਹਾਂ ਨੇ ਰਿਜ਼ਰਵੇਸ਼ਨ ਦੇ ਵਿੱਚ ਆਪਣੇ ਆਪ ਨੂੰ ਫਿਲ ਕੀਤਾ ਹੋਇਆ, ਠੀਕ ਹੈ। ਰਿਜ਼ਰਵੇਸ਼ਨ ਤੁਹਾਨੂੰ ਪਤਾ ਤਿੰਨ ਕੈਟੇਗਰੀਜ਼ ਨੂੰ ਮਿਲ ਰਹੀ ਹੈ। ਆਟਾ ਦਾਲ ਕਾਰਡ, WHH ਯਾਨੀ ਕਿ ਜਿਹੜੇ ਆਪਣੇ ਵੂਮਨ ਹੈਡਡ ਹਾਊਸ ਹੋਲਡ ਔਰ ਫਿਜ਼ੀਕਲੀ ਹੈਂਡੀਕੈਪਡ ਐਂਡ ਡਿਸੇਬਲ ਬੱਚੇ ਜਿਹੜੇ ਹੈਗੇ ਨੇ। ਸੋ ਜਿਹੜੇ ਬੱਚੇ ਆਟਾ ਦਾਲ ਕਾਰਡ ਦੇ ਅੰਦਰ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਆਪਣਾ ਜਿਹੜਾ ਇਹ ਆਟਾ ਦਾਲ ਕਾਰਡ ਹੈ ਜਾਂ ਜਿਹੜਾ BPL ਕਾਰਡ ਹੈ ਉਹ ਲੈ ਕੇ ਜਾਣਗੇ। ਤੁਹਾਡੇ ਜਿਹੜਾ ਡਾਕੂਮੈਂਟ ਆ ਉਹਦੇ ਬਾਰ-ਬਾਰ ਕਿਹਾ ਗਿਆ 6 ਮਹੀਨੇ ਪੁਰਾਣਾ ਹੋਣਾ ਚਾਹੀਦਾ, 6 ਮਹੀਨੇ ਪੁਰਾਣਾ ਹੋਣਾ ਚਾਹੀਦਾ। ਜਿਨ੍ਹਾਂ ਦਾ ਮਤਲਬ 6 ਮਹੀਨੇ
मतलब 6 ਮਹੀਨਿਆਂ ਦਾ ਹੀ ਹੋਣਾ ਚਾਹੀਦਾ, ਇਸ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ। ਸੋ ਜਿਨ੍ਹਾਂ ਦਾ ਇਸ ਤੋਂ ਜ਼ਿਆਦਾ ਪੁਰਾਣਾ ਹੋਇਆ ਉਹਨਾਂ ਨੂੰ ਉਹ ਨਹੀਂ ਵਿਚਾਰਨਗੇ, ਠੀਕ ਹੈ। ਸੋ ਬਾਕੀ ਹੁਣ ਕਈ ਕਹਿ ਰਹੇ ਨੇ ਕਿ ਮਤਲਬ ਇਹ ਬੰਦ ਹੋ ਗਏ ਨੇ, ਅਪਡੇਟ ਨਹੀਂ ਹੁੰਦੇ। ਸੋ ਇਹਦੇ ਬਾਰੇ ਕੀ ਜਿਹੜਾ ਡਿਸੀਜ਼ਨ ਵਗੈਰਾ ਲੈਣਗੇ ਉਸ ਦਿਨ ਹੀ ਦੇਖਿਆ ਜਾਏਗਾ, ਜਿਸ ਦਿਨ ਤੁਹਾਡੀ ਕਾਉਂਸਲਿੰਗ ਸ਼ੁਰੂ ਹੋਏਗੀ, ਮਤਲਬ ਪਰਸੋਂ ਨੂੰ ਪਤਾ ਲੱਗ ਜਾਏਗਾ। ਨੈਕਸਟ WHH ਯਾਨੀ ਕਿ ਵੂਮਨ ਹੈਡਡ ਹਾਊਸਹੋਲਡ, ਜਿਹੜਾ ਪਿਛਲੀ ਵਾਰ WHH ਦਾ ਕਿਵੇਂ ਕੀਤਾ ਗਿਆ ਸੀਗਾ, ਕੁਝ ਜਿਹੜੇ ਫਾਰਮ ਵਗੈਰਾ WHH ਲਈ ਕੱਢੇ ਗਏ ਸੀ ਜਿਹਦੇ 'ਚ ਤੁਸੀਂ ਆਪਣਾ ਸਾਰਾ ਕੁਝ ਲਿਖਣਾ ਸੀ ਅਤੇ ਆਪਣੇ ਪਿੰਡ ਦੇ ਸਰਪੰਚ ਜਾਂ ਫਿਰ ਅਗਰ ਤੁਸੀਂ ਕਿਸੇ ਸ਼ਹਿਰ ਵਗੈਰਾ ਰਹਿੰਦੇ ਹੋ ਤਾਂ ਉੱਥੋਂ ਦੇ MC ਤੋਂ ਤੁਸੀਂ ਸਾਈਨ ਕਰਵਾਉਣੇ ਸੀਗੇ। ਇਸ ਵਾਰ ਹਜੇ ਤੁਹਾਡੇ ਸੈਸ਼ਨ ਦਾ ਕੁਝ ਐਸਾ ਨਹੀਂ ਆਇਆ ਹੋਇਆ। ਇਨ ਦੈਟ ਕੇਸ ਅਗਰ ਬਾਈ ਚਾਂਸ ਤੁਹਾਡੇ ਸੈਸ਼ਨ ਦਾ ਕੁਝ ਨਹੀਂ ਆਉਂਦਾ ਤਾਂ ਹਜੇ ਤੁਸੀਂ ਆਪਣੇ ਫਾਦਰ ਸਾਹਿਬ ਦਾ ਡੈਥ ਸਰਟੀਫਿਕੇਟ ਲੈ ਕੇ ਜਾਣਾ ਹੈ, ਔਰ ਅਗਰ ਤੁਹਾਡੇ ਪੇਰੈਂਟਸ ਦੋਨੋਂ ਹੀ ਨਹੀਂ ਹੈਗੇ ਤਾਂ ਤੁਸੀਂ ਦੋਨਾਂ ਦਾ ਜਿਹੜਾ ਡੈਥ ਸਰਟੀਫਿਕੇਟ ਹੈ ਜ਼ਰੂਰ ਲੈ ਕੇ ਜਾਣਾ ਹੈ। ਉਸ ਤੋਂ ਬਾਅਦ ਜਿਹੜੇ ਫਿਜ਼ੀਕਲੀ ਹੈਂਡੀਕੈਪ ਅਤੇ ਡਿਸੇਬਲ ਬੱਚੇ ਨੇ ਉਹ ਵੀ ਰਜੇ ਆਪਣਾ ਡਿਸੇਬਿਲਿਟੀ ਦਾ ਸਰਟੀਫਿਕੇਟ ਲੈ ਕੇ ਜਾਣਗੇ। ਜਿਹੜੇ ਬੱਚੇ ਇਸ ਕੈਟੇਗਰੀ ਤੋਂ ਬਿਲੋਂਗ ਕਰਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਦੀ ਪਰਸੈਂਟੇਜ ਦਾ ਜਿਹੜਾ ਸਰਟੀਫਿਕੇਟ ਬਣਿਆ ਹੋਇਆ ਹੈ। ਸੋ ਜਿਹੜੇ ਬੱਚੇ 40% ਜਾਂ ਇਸ ਤੋਂ ਜ਼ਿਆਦਾ ਡਿਸੇਬਲ ਨੇ ਉਹਨਾਂ ਨੂੰ ਹੀ ਇਹ ਬੈਨੀਫਿਟਸ ਮਿਲਣਗੇ। ਸੋ ਤੁਸੀਂ ਇਹ ਚੀਜ਼ ਲੈ ਕੇ ਜਾਣੀ ਹੈ। ਉਸ ਤੋਂ ਬਾਅਦ ਜਿਹੜੀ ਚੀਜ਼ ਰਹਿ ਗਈ ਮੈਂ ਤੁਹਾਨੂੰ ਉਹ ਦੱਸ ਦਿੰਦੀ ਹਾਂਗੀ। ਇੱਕ ਰਜੇ ਜਿਹੜਾ ਹੈਗਾ ਤੁਸੀਂ ਆਪਣਾ ਉਹ ਲੈ ਜਾਓ ਜਿਹੜਾ ਤੁਹਾਡਾ ਐਡਮਿਟ ਕਾਰਡ ਹੋਏਗਾ, ਠੀਕ ਹੈ। ਜਿਹੜਾ ਤੁਸੀਂ ਮੈਰੀਟੋਰੀਅਸ ਦਾ ਪੇਪਰ ਦਿੱਤਾ ਇਹਦੇ 'ਚ ਜਿਹੜਾ ਤੁਹਾਡੇ ਕੋਲ ਐਡਮਿਟ ਕਾਰਡ ਹੋਏਗਾ ਉਹ ਡਾਊਨਲੋਡ ਕਰਵਾ ਕੇ ਪ੍ਰਿੰਟ ਕਰਵਾ ਕੇ ਲੈ ਜਿਓ। ਤੁਸੀਂ ਕਹੋਗੇ ਮੈਮ ਸਾਨੂੰ ਮਿਲ ਨਹੀਂ ਰਿਹਾ, ਕੋਈ ਚੱਕਰ ਨਹੀਂ ਹੈ, ਤੁਹਾਨੂੰ ਪਤਾ ਤੁਹਾਡੀ ਆਫੀਸ਼ੀਅਲ ਵੈਬਸਾਈਟ ਦੁਬਾਰਾ ਚੱਲ ਪਈ ਹੈ। ਆਫੀਸ਼ੀਅਲ ਵੈਬਸਾਈਟ 'ਤੇ ਜਾਓ, ਰਜਿਸਟ੍ਰੇਸ਼ਨ ਵਾਲੇ ਖਾਨੇ ਦੇ ਵਿੱਚ ਤੁਹਾਨੂੰ ਉੱਥੇ ਮਿਲ ਜਾਏਗਾ PSCB ਅਤੇ ਨੋਨ PSCB ਵਾਲਾ। ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਵੀ ਆਧਾਰ ਕਾਰਡ ਹੈ ਫਿਲ ਕਰੋਗੇ, ਤੁਹਾਨੂੰ ਆਪਸ਼ਨ ਮਿਲ ਜਾਏਗੀ ਤੁਹਾਡਾ ਐਡਮਿਟ ਕਾਰਡ ਡਾਊਨਲੋਡ ਕਰਨ ਦੀ। ਉਹਨੂੰ ਡਾਊਨਲੋਡ ਕਰ ਲਿਓ ਅਤੇ ਉਸ ਤੋਂ ਬਾਅਦ ਤੁਸੀਂ ਉਹਦੀ ਫੋਟੋ ਕਾਪੀ ਕਰਾ ਲਿਓ। ਸੋ ਆਈ ਹੋਪ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ। ਕੁਝ ਬੱਚਿਆਂ ਨੂੰ ਹੁੰਦਾ ਕਿ ਕਾਸਟ ਸਰਟੀਫਿਕੇਟ ਪੇਰੈਂਟਸ ਦਾ ਚੱਲ ਜਾਏਗਾ, ਸੋ ਨਹੀਂ ਜੀ, ਕਾਸਟ ਸਰਟੀਫਿਕੇਟ ਬੱਚੇ ਦਾ ਹੀ ਹੁੰਦਾ, ਠੀਕ ਹੈ। ਉਸ ਤੋਂ ਬਾਅਦ ਰਜੇ ਮੈਂ ਫਿਰ ਕਹਿ ਰਹੀ ਹਾਂ ਕਿ ਇਹ ਸਾਰੀਆਂ ਜੋ ਤੁਹਾਨੂੰ ਡਾਕੂਮੈਂਟ ਐਂਡ ਐਵਰੀਥਿੰਗ ਦੱਸਿਆ ਗਿਆ ਹੈ ਪ੍ਰੀਵੀਅਸ ਈਅਰ ਬੇਸਿਸ ਦੱਸਿਆ ਗਿਆ ਹੈ। ਇਸ ਤੋਂ ਕੋਈ ਚੀਜ਼ ਬਾਹਰ ਨਹੀਂ ਆਉਂਦੀ, ਲੇਕਿਨ ਕਈ ਵਾਰ ਜਿਹੜੇ ਫਾਰਮ ਵਗੈਰਾ ਭਰਨੇ ਨੇ ਉਹ ਤੁਹਾਡੇ ਸੈਸ਼ਨ ਦੇ ਨਵੇਂ ਆਉਣਗੇ, ਕਿਤੇ ਪਿਛਲੇ ਸਾਲ ਵਾਲੇ ਨਾ ਭਰ ਕੇ ਲੈ ਜਿਓ, ਠੀਕ ਹੈ। ਅਗਰ ਉਹ ਵੀ ਭਰਨੇ ਹੋਈ ਤਾਂ ਤੁਹਾਨੂੰ ਟਾਈਮ 'ਤੇ ਹਰੇਕ ਚੀਜ਼ ਦੱਸੀ ਜਾਏਗੀ। ਹੁਣ ਕਾਉਂਸਲਿੰਗ ਤੱਕ ਚੈਨਲ 'ਤੇ ਪੂਰੇ ਅਪਡੇਟ ਰਹੋ, ਪੂਰੇ ਐਕਟੀਵੇਟ ਰਹੋ, ਹਰੇਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਟਾਈਮ ਟੂ ਟਾਈਮ ਕੋਸ਼ਿਸ਼ ਕੀਤੀ ਜਾਏਗੀ। ਸੋ ਥੈਂਕ ਯੂ ਸੋ ਮਚ ਫॉर वाचिंग दिस वीडियो एंड मे गॉड ब्लेस यू माय बच्चा पार्टी।